Hello guys, welcome back on my YouTube channel. My name is Harpreet Singh and you are watching Commerce EduTech. Today we are going to discuss a new topic from Plus One Business Studies, and the topic is types of partners, position of a minor as a partner. We have already discussed partnership kind of business, its features, partnership deed. Now we are going to discuss what kind of persons called as partners and how many types of partners ਦੀਆਂ ਕਿੰਨੀਆਂ ਟਾਈਪਸ ਹੁੰਦੀਆਂ ਨੇ ਪਾਰਟਨਰਸ਼ਿਪ ਫਰਮ ਦੇ ਅੰਦਰ। ਅੱਜ ਆਪਾਂ ਇਸ ਨੂੰ ਡਿਸਕਸ ਕਰਨਾ ਔਰ ਕਿਆ ਇੱਕ ਮਾਈਨਰ ਪਰਸਨ ਜੋ ਹੈ ਉਹ ਪਾਰਟਨਰ ਬਣ ਸਕਦਾ ਹੈ, ਅਗਰ ਉਹ ਪਾਰਟਨਰ ਹੈ ਤਾਂ ਉਸ ਦੀ ਫਰਮ ਦੇ ਅੰਦਰ ਪੋਜੀਸ਼ਨ ਕਿਆ ਹੋਏਗੀ। ਸੋ ਲੈਟਸ ਸਟਾਰਟ ਆਰ ਟੌਪਿਕ ਟਾਈਪਸ ਆਫ ਪਾਰਟਨਰ। ਦੇਖੋ ਅਸੀਂ ਸਟਾਰਟ ਕਰਦੇ ਹਾਂ ਪਾਰਟਨਰ ਦੀਆਂ ਕਿੰਨੀਆਂ ਟਾਈਪਸ ਹੁੰਦੀਆਂ। ਫਸਟ ਟਾਈਪ ਹੈ ਦੀ ਫੁੱਲ ਫਲੈਜ ਪਾਰਟਨਰਸ। ਕੁਝ ਐਸੇ ਪਰਸਨਸ ਜਿਹੜੇ ਕਿ ਫੁੱਲ ਫਲੈਜ ਟਾਈਪ ਦੇ ਪਾਰਟਨਰ ਹੁੰਦੇ ਆ। ਇਹ ਕਿੰਨੀ ਟਾਈਪ ਦੇ ਹੋਣਗੇ? ਇਹਦੇ ਵਿੱਚ ਫਸਟ ਟਾਈਪ ਹੈ ਐਕਟਿਵ ਪਾਰਟਨਰਸ। ਦੇਖੋ ਐਕਟਿਵ ਦਾ ਮਤਲਬ ਕੀ ਹੋਏਗਾ? ਹੁਣ ਜਿਹੜਾ ਪਾਰਟਨਰ ਐਕਟਿਵ ਹੈ ਮਤਲਬ ਕਿ ਜਿਹੜਾ ਉਸਦੀ ਫੰਕਸ਼ਨਿੰਗ ਦੇ ਅੰਦਰ ਪਾਰਟਿਸਿਪੇਸ਼ਨ ਕਰ ਰਿਹਾ, ਦੈਟ ਵਿਲ ਬੀ ਨੋਨ ਐਜ਼ ਐਕਟਿਵ ਪਾਰਟਨਰ। who invest some money, take active participation in the activities of the business and share profit and loss of the business। मतलब कि ਜਿਹੜਾ ਪਾਰਟਨਰ ਫਰਮਸ ਦੇ ਕੰਮ ਦੇ ਲਈ ਰਿਸਪੌਂਸੀਬਲ ਹੈ, ਕੰਮ ਕਰ ਰਿਹਾ ਹੈ ਔਰ ਜਿਸਨੇ ਫਰਮ ਦੇ ਅੰਦਰ ਕੈਪੀਟਲ ਨੂੰ ਇਨਵੈਸਟ ਕੀਤਾ, ਜੋ ਟਾਈਮ ਦੇ ਰਿਹਾ ਫਰਮ ਦੇ ਲਈ, ਜੋ ਉਸਦੇ ਪ੍ਰੋਫਿਟ ਉਸਦੇ ਲਾਸ ਦੇ ਲਈ ਰਿਸਪੌਂਸੀਬਲ ਹੈ, ਉਸ ਨੂੰ ਅਸੀਂ ਕੀ ਬੋਲਦੇ ਹਾਂ? ਐਕਟਿਵ ਪਾਰਟਨਰ। ਠੀਕ ਹੈ ਜੀ। ਦੂਸਰਾ ਹੈ ਸਲੀਪਿੰਗ ਔਰ ਡੋਰਮੈਂਟ ਪਾਰਟਨਰ। ਹੁਣ ਸਲੀਪਿੰਗ ਤੇ ਡੋਰਮੈਂਟ ਪਾਰਟਨਰ ਦਾ ਕੀ ਮਤਲਬ ਹੋਏਗਾ? ਹੂ ਇਨਵੈਸਟਡ ਸਮ ਮਨੀ, ਸ਼ੇਅਰ ਪ੍ਰੋਫਿਟ ਐਂਡ ਲਾਸ ਆਫ ਦ ਬਿਜ਼ਨਸ ਬਟ ਡਜ਼ ਨਾਟ ਟੇਕ ਪਾਰਟਿਸਿਪੇਸ਼ਨ ਇਨ ਦ ਬਿਜ਼ਨਸ ਐਕਟੀਵਿਟੀਜ਼, ਦੇ ਆਰ ਕਾਲਡ sleeping partners। they have unlimited liability। ਮਤਲਬ ਇਹ ਲਾਇਬਿਲਿਟੀ ਕਲੌਜ਼ ਤੋਂ ਨਹੀਂ ਐਗਜ਼ੈਂਪਟ ਹੁੰਦੇ ਕਿ ਇਹ ਲਿਮਿਟਡ ਲਾਇਬਿਲਿਟੀ ਹੋਏਗੀ ਇਹਨਾਂ ਦੀ। ਨੋ, ਇਹਨਾਂ ਦੀ ਲਾਇਬਿਲਿਟੀ ਅਨਲਿਮਿਟਡ ਹੀ ਹੋਏਗੀ। ਦੇਖੋ ਆਪਾਂ ਦੋਨਾਂ ਦੇ ਲਈ ਇੱਕ ਐਗਜ਼ਾਮਪਲ ਲੈ ਸਕਦੇ ਹਾਂ। ਇੱਕ ਰੈਗੂਲਰ ਸਟੂਡੈਂਟ ਹੈ ਜੋ ਸਕੂਲ ਦੇ ਅੰਦਰ ਰੈਗੂਲਰ ਆਉਂਦਾ ਹੈ, ਔਰ ਇੱਕ ਉਹ ਸਟੂਡੈਂਟ ਹੈ ਜੋ ਕਿ ਰੈਗੂਲਰ ਨਹੀਂ ਹੈ, ਜਿਸ ਨੂੰ ਅਸੀਂ ਡਮੀ ਸਟੂਡੈਂਟ ਕਹਿ ਦਿੰਦੇ ਹਾਂ। ਦੇਖੋ ਜੋ ਰੈਗੂਲਰ ਸਟੂਡੈਂਟ ਹੈ ਉਹ ਸਕੂਲ ਦੀਆਂ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰ ਰਿਹਾ, ਉਹ ਹਰੇਕ ਫੰਕਸ਼ਨ ਦੇ ਅੰਦਰ ਪਾਰਟਿਸਿਪੇਟ ਕਰ ਰਿਹਾ, ਕਲਾਸਿਸ ਲਗਾ ਰਿਹਾ ਐਕਟਿਵ ਹੋ ਕੇ, ਅਟੈਂਡੈਂਸ ਐਕਟਿਵ ਹੋ ਕੇ ਲਗਾ ਰਿਹਾ, ਲੈਕਚਰਸ ਅਟੈਂਡ ਕਰ ਰਿਹਾ। ਠੀਕ ਹੈ, ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਸ਼ਨ ਹੈ ਉਸਦੀ। ਔਰ ਦੂਸਰਾ ਜੋ ਡਮੀ ਸਟੂਡੈਂਟ ਹੈ ਉਹ ਕੀ ਹੈ? ਦੇਖੋ ਪੇਪਰ ਤਾਂ ਉਹ ਵੀ ਦੇਵੇਗਾ, ਅਸਾਈਨਮੈਂਟਸ ਉਹ ਵੀ ਸਬਮਿਟ ਕਰੇਗਾ, ਰਿਜ਼ਲਟ ਉਸ ਦਾ ਵੀ ਆਏਗਾ। ਜੋ ਅਸੀਂ ਪਹਿਲਾਂ ਲਿਖਿਆ ਕਿ ਉਸਨੇ ਵੀ ਫੀਸ ਭਰੀ ਹੈ, ਉਸਨੇ ਇਨਵੈਸਟ ਕੀਤੀ ਸਮ ਮਨੀ, ਉਹ ਵੀ ਪ੍ਰੋਫਿਟ ਐਂਡ ਲਾਸ ਨੂੰ ਸ਼ੇਅਰ ਕਰੇਗਾ। ਮਤਲਬ ਕਿ ਉਸ ਦਾ ਵੀ ਕੋਈ ਨਾ ਕੋਈ ਰਿਜ਼ਲਟ ਆਏਗਾ, ਉਹ ਪਾਸ ਹੋਏਗਾ, ਫੇਲ ਹੋਏਗਾ। ਬਟ ਉਹ ਕੀ ਕਰਦਾ? ਡਜ਼ ਨਾਟ ਟੇਕ ਪਾਰਟਿਸਿਪੇਸ਼ਨ ਇਨ ਦ ਬਿਜ਼ਨਸ ਐਕਟੀਵਿਟੀਜ਼। ਹੁਣ ਜੋ ਪਾਰਟਨਰ ਸੀ ਉਹ ਬਿਜ਼ਨਸ ਐਕਟੀਵਿਟੀਜ਼ ਦੇ ਅੰਦਰ ਪਾਰਟਿਸਿਪੇਸ਼ਨ ਨਹੀਂ ਕਰਦਾ। ਸਿਮਿਲਰਲੀ ਜੋ ਇੱਕ ਡਮੀ ਸਟੂਡੈਂਟ ਹੈ ਉਹ ਸਕੂਲ ਐਕਟੀਵਿਟੀਜ਼ ਦੇ ਅੰਦਰ ਜੋ ਪਾਰਟਿਸਿਪੇਸ਼ਨ ਹੈ ਉਸਦੀ ਉਹ ਜ਼ੀਰੋ ਹੋਏਗੀ। ਠੀਕ ਹੈ ਜੀ। ਸੋ ਦੇ ਹੈਵ ਅਨਲਿਮਿਟਿਡ ਲਾਇਬਿਲਿਟੀ। ਇਹ ਕਲੌਜ਼ ਜੋ ਹੈ ਹਰ ਇੱਕ ਪਾਰਟਨਰ ਦੇ ਲਈ ਹੈ ਹੀ ਹੈ, ਅੰਟਿਲ ਜਦ ਤੱਕ ਅਸੀਂ ਉਸ ਦੀ ਲਾਇਬਿਲਿਟੀ ਨੂੰ ਲਿਮਿਟਿਡ ਨਹੀਂ ਕਰਦੇ। ਪਾਰਟਨਰਸ਼ਿਪ ਡੀਡ ਦੇ ਅੰਦਰ ਹਰੇਕ ਪਾਰਟਨਰ ਦੀ ਜੋ ਲਾਇਬਿਲਿਟੀ ਹੈ ਉਹ ਅਨਲਿਮਿਟਿਡ ਹੀ ਰਹੇਗੀ। ਨੈਕਸਟ ਪਾਰਟਨਰ ਹੈ ਸੀਕ੍ਰੇਟ ਪਾਰਟਨਰ, ਹੂ ਇਜ਼ ਅਨਨੋਨ ਟੂ ਦ ਜਨਰਲ ਪਬਲਿਕ। ਹੀ ਵਿਲ ਇਨਵੈਸਟ ਕੈਪੀਟਲ, ਸ਼ੇਅਰ ਪ੍ਰੋਫਿਟ, ਟੇਕ ਪਾਰਟਿਸਿਪੇਸ਼ਨ ਇਨ ਦ ਬਿਜ਼ਨਸ ਐਕਟੀਵਿਟੀਜ਼। ਹੁਣ ਦੇਖੋ ਇਹ ਅਗਰ ਆਪਾਂ ਗੱਲ ਕਰੀਏ ਕਿ ਇੱਕ ਪਾਰਟਨਰ ਹੈ ਜਿਸ ਨੇ ਪੈਸਾ ਵੀ ਲਗਾਇਆ, ਬਿਜ਼ਨਸ ਦੀਆਂ ਐਕਟੀਵਿਟੀਜ਼ 'ਚ ਪਾਰਟਿਸਿਪੇਸ਼ਨ ਵੀ ਕਰ ਰਿਹਾ, ਠੀਕ ਹੈ, ਉਹ ਪ੍ਰੋਫਿਟ ਲਾਸ ਨੂੰ ਵੀ ਸ਼ੇਅਰ ਕਰਦਾ, ਬਟ ਅਸੀਂ ਉਸ ਨੂੰ ਜਨਰਲ ਪਬਲਿਕ ਤੋਂ ਸੀਕ੍ਰੇਟ ਰੱਖਦੇ ਹਾਂ, ਫਿਰ ਅਸੀਂ ਉਸ ਨੂੰ ਪਾਰਟਨਰ ਕਿਉਂ ਲਗਾਇਆ? ਦੇਖੋ ਸਮ ਟਾਈਮ ਕੁਝ ਪਰਸਨਸ ਹੀ ਐਸੇ ਹੁੰਦੇ ਆ ਜਿਨ੍ਹਾਂ ਨੇ ਕਿ ਆਪਣਾ ਨਾਮ ਡਿਸਕਲੋਜ਼ ਕਰਨ ਤੋਂ ਮਨਾ ਕੀਤਾ ਹੁੰਦਾ ਹੈ, ਕਿਉਂਕਿ ਹੋ ਸਕਦਾ ਹੈ ਕਿ ਉਹ ਆਪਣੇ ਬਿਜ਼ਨਸ ਦੇ ਵਿੱਚ ਇੰਨੇ ਜ਼ਿਆਦਾ ਬਿਜ਼ੀ ਹੈ ਕਿ ਉਹ ਨਹੀਂ ਚਾਹੁੰਦੇ ਕਿ ਪਬਲਿਕ ਨੂੰ ਪਤਾ ਲੱਗੇ ਕਿ ਸਾਡੀ ਪਾਰਟਨਰਸ਼ਿਪ ਇਹਨਾਂ ਦੇ ਨਾਲ ਵੀ ਹੈ। ਠੀਕ ਹੈ, ਸੋ ਇਹ ਕਾਈਂਡ ਆਫ ਪਰਸਨਸ ਹੋ ਸਕਦੇ ਆ। ਅਸੀਂ ਛੋਟੀ ਜਿਹੀ ਇਸ ਦੇ ਵਿੱਚ ਐਗਜ਼ਾਮਪਲ ਲੈ ਸਕਦੇ ਹਾਂ ਕਿ ਮੰਨ ਲਓ ਇੱਕ ਬੰਦਾ ਜੋ ਹੈ ਬਹੁਤ ਵੱਡਾ ਬਿਜ਼ਨਸ ਚਲਾ ਰਿਹਾ, ਮੰਨ ਲਓ ਉਹ ਅੰਬਾਨੀਜ਼ ਹੀ ਹੈ। ਠੀਕ ਹੈ, ਅਗਰ ਅਸੀਂ ਉਸ ਨੂੰ ਆਪਣੇ ਬਿਜ਼ਨਸ ਦੇ ਅੰਦਰ ਪਾਰਟਿਸਿਪੇਸ਼ਨ ਕਰਵਾ ਲੈਂਦੇ ਹਾਂ, ਐਜ਼ ਅ ਪਾਰਟਨਰ ਲੈ ਆਉਂਦੇ ਹਾਂ, ਉਹ ਸਾਨੂੰ ਆਈਡੀਆਜ਼ ਵੀ ਦੇ ਰਿਹਾ, ਬਿਜ਼ਨਸ ਦੇ ਐਕਟੀਵਿਟੀਜ਼ ਦੇ ਅੰਦਰ ਐਕਟਿਵ ਹੈ, ਉਸਨੇ ਕੈਪੀਟਲ ਵੀ ਲਗਾਈ ਹੈ, ਪ੍ਰੋਫਿਟ ਲਾਸ ਵੀ ਉਹ ਲੈ ਕੇ ਜਾਏਗਾ, ਬਟ ਉਹ ਪਬਲਿਕਲੀ ਆਪਣਾ ਨਾਮ ਨਹੀਂ ਡਿਸਕਲੋਜ਼ ਕਰਨਾ ਚਾਹੁੰਦਾ ਕਿ ਇੰਨਾ ਵੱਡਾ ਬੰਦਾ ਇੱਕ ਛੋਟੇ ਬਿਜ਼ਨਸ ਦਾ ਪਾਰਟਨਰ ਬਣਿਆ ਹੋਇਆ, ਉਹ ਨਹੀਂ ਡਿਸਕਲੋਜ਼ ਕਰਨਾ ਚਾਹੁੰਦਾ।
ठीक है। सो इस तरह के पार्टनर जो है उसनों असी की नाम दिता, सीक्रेट पार्टनर्स। नैक्सट ये जो टाइप सी तीन ये है फुल फ्लैज पार्टनर दियाँ, जो कि फर्म के अंदर फुल फ्लैज लैवल के पार्टनर हैगे आ। और दूसरा नॉट फुल फ्लैज पार्टनर, जो कि नहीं होणगे। किहड़े किहड़े आ? फस्ट नॉमिनल पार्टनर। हुण नॉमिनल पार्टनर नामात्र के पार्टनर हुंदे आ। हुण ये किहड़े पार्टनर होणगे? फर्म यूजड हिज नेम ओनली फॉर द पर्सनल गुडविल। हुण देखो इत्थे फिर असीं उही एग्जाम्पल लैंदे आ। सपोज कि मुकेश अंबानी नूं असीं सिर्फ उसका नाम यूज़ करना, उसने अपना नाम दिता कि तुसी पब्लिकली डिस्कलोज कर सकते हो कि मैं तुहाडा पार्टनर हाँ, बट ही विल नॉट इन्वैसट कैपीटल। वो अपना कैपीटल नहीं लगाएगा क्योंकि उसने आपां नूं नाम दिता, अपनी गुडविल का हिस्सा सानूं छोटा जिहा देता उसने। डोंट टेक पार्टिसिपेशन द बिजनेस एक्टिविटीज़, और वो बिजनेस एक्टिविटीज़ दे विच पार्टिसिपेशन भी उसका जीरो होएगा। एंड डोंट शेयर एनी प्रॉफिट एंड लॉस ऑफ द बिजनेस। हो सकता कि वो साडा फ्रेंड है और उसने सिर्फ अपना नाम सानू प्रोवाइड कर दिता कि ठीक है तू मेरा नाम यूज़ कर सकता है, ठीक है, बट मैं आई विल नॉट रिस्पोंसिबल फॉर एनी काइंड ऑफ लॉस और प्रॉफिट। तो उसने कंडीशन रख दी, वो असी डीड के अंदर रख सकते हैं, और उस पार्टनर असी की कह दिता? नॉमिनल पार्टनर कह दिता। नैक्सट है लिमिटेड पार्टनर। हुण नाम के नाल ही क्लीयर हो रहा, लिमिटेड मतलब कि लाइबिलिटी, हुज लाइबिलिटी इज़ लिमिटेड टू द एक्सटेंट ऑफ हिज इन्वेस्टमेंट। जो उसने इन्वेस्टमेंट की उत्थे तक उसकी लाइबिलिटी जो होएगी वो लिमिटेड होएगी। ही हैज़ नो राइट टू टेक पार्टिसिपेशन इन मैनेजरीयल एक्टिविटीज़। हुण देखो जदों असी कहने ना कि नाले दो दो नाले चौपड़ियाँ, आपां पंजाबी की एक कहावत कह दिंदे आ कि या तो तुहानूं एक चीज़ मिलूगी कि प्रॉफिट च शेयरिंग ले लो, या तो तुसी लीडरी ले लो। अगर तुसी बॉस बनना है दैन तुहानूं एक चीज़ छड्डनी पेगी, तो तुहानूं प्रॉफिट का लालच छड्डना पेगा। सो इत्थे की किया गया? हुज लाइबिलिटी इज़ लिमिटेड। असी हुण इन्हां दी लाइबिलिटी का रिस्क जो सी वो तो लिमिटेड कर दिता टू द एक्सटेंट ऑफ देयर इन्वेस्टमेंट, कि जो उन्होंने पैसा फर्म के अंदर इन्वेस्ट किया उत्थे तक असी उन्हां दी लाइबिलिटी जो है वो लिमिटेड कर दी। बट ही हैज़ नो राइट टू टेक पार्टिसिपेशन इन मैनेजरीयल एक्टिविटीज़, कि जो मैनेजरीयल एक्टिविटीज़ होणगियां। मैनेजरीयल एक्टिविटी किहड़ी हुंदी है? कि जो मैनेजमेंट जो 6 तरह के फंक्शनस नूं परफॉर्म करती है, लाइक प्लैनिंग करना, ऑर्गेनाइज करना, ठीक, कंट्रोल करना, सारिया एक्टिविटीज़ नूं मैनेज करना, कोऑर्डिनेशन करनी है, सुपरविजन करनी है, असी बंदे भर्ती करने हैं, ठीक है। वो सारिया जो साडियां एक्टिविटीज़ होणगियां उन्हां दे विच फिर ये पार्टनर जो है पार्टिसिपेशन नहीं करनगे, इन्हां दी जीरो पार्टिसिपेशन होएगी। इस नूं असी बोलते हैं लिमिटेड पार्टनर। नैक्सट है पार्टनर्स बाय एस्टोपल और होल्डिंग आउट। ये थोड़े इंपॉर्टेंट है, इन्हों बड़े ध्यान दे नाल असीं सुनना है, समझना है कि किहड़े हुंदे आ। हु इज़ नॉट अ पार्टनर ऑफ द फर्म। देखो पहली लाइन ही की बोलती है कि ये पार्टनर नहीं हुंदे फर्म दे, बट ही डिस्क्राइब हिमसैल्फ एज अ पार्टनर। वो थर्ड पार्टी अगे पब्लिक के अगे अपने आप को डिस्क्राइब करते हैं कि मैं फर्म का पार्टनर हाँ, बट इन रियल एक्चुअल वो फर्म के पार्टनर नहीं होंगे। हुण इसनूं एस्टोपल कहा जाता, होल्डिंग आउट कहा जाता, जो अपने आप को शो करता है कि मैं फर्म का पार्टनर हाँ, बट एक्चुअल जो पार्टनर नहीं है। हो सकता अपने बिजनेस लिए कहता होवे। हुण इस तरह असी की कर सकते हैं? असी इस पार्टनर को रोक सकते हैं। हुण अगर असी नहीं रोकिया तो वह पार्टनर मन्निया जाएगा पब्लिक दे विच। इफ एनी लाइबिलिटी अराइज ड्यू टू हिम ही विल लाइबल फॉर दैट लाइबिलिटी। अगर उहदे कारण कोई लाइबिलिटी फर्म नूं अराइज हुंदी है दैन वो उस लाइबिलिटी का जिम्मेवार होएगा। हुण देखो जिवें असी आम तौर के उपर गल कर दईए कि साडे बैठे कोई नाल दा परसन जिहड़ा है वो ये कह देवे कि मैं इसनूं जाणदा और अपनी वो गारंटी पवा रहा, आप चुप किया होया, ना आप हाँ कह रहे हैं ना कह रहे हैं। इट मीनस की हो गया कि बाय एस्टोपल कि असी उसनूं जानते हैं, क्योंकि अगर असी नहीं जानते होंदे तो असी जवाब दे सकते सी। अगर असी जवाब नहीं दिता तो बाय डिफॉल्ट असी उसनूं जानते हैं, ये मन्निया जाएगा। हुण अगर वो कोई लाइबिलिटी क्रिएट करता है तो वह भी उहदे लई लाइबल है, तो मैं भी लाइबल हाँ, क्योंकि मैं उसनूं मना कर सकता सी, मैं नहीं किया, इट मीनस मैं उहदे लई जिम्मेवार हो गया। ठीक है, इत्थे उस परसन की गल की गई जो परसन अपने आप को पार्टनरशिप फॉर्म का पार्टनर कह के डिस्कलोज कर रहा पब्लिकली। अगर वो कारण कोई फर्म नूं लाइबिलिटी अराइज हो जाती है तो वह भी उस लाइबिलिटी के लिए जिम्मेवार होएगा एज जिमें बाकी होणगे।
ठीक है जी। नैक्सट है माइनर पार्टनर। ਹੁਣ ਮਾਈਨਰ ਐਜ਼ ਅ ਪਾਰਟਨਰ ਮਤਲਬ ਇੱਥੇ ਅਸੀਂ ਉਸ ਮਾਈਨਰ ਦੀ ਗੱਲ ਕਰ ਰਹੇ ਹਾਂ ਜਿਸ ਦੀ ਏਜ 18 ਸਾਲ ਤੋਂ ਘੱਟ ਹੈ। ਹੁਣ ਕਿਉਂਕਿ ਇੱਥੇ ਅਸੀਂ ਥੋੜ੍ਹਾ ਜਿਹਾ ਬੈਕਗਰਾਊਂਡ 'ਚ ਜਾਈਏ, ਕਿਉਂਕਿ ਪਾਰਟਨਰਸ਼ਿਪ ਕੀ ਹੈ? ਪਾਰਟਨਰਸ਼ਿਪ ਇਜ਼ ਅ ਕੰਟਰੈਕਚੁਅਲ ਰਿਲੇਸ਼ਨਸ਼ਿਪ ਬਿਟਵੀਨ ਫਿਊ ਪਰਸਨਸ। ਕੁਝ ਪਰਸਨਸ ਦੇ ਵਿਚਕਾਰ ਇੱਕ ਐਗਰੀਮੈਂਟ ਕੰਟਰੈਕਚੁਅਲ ਰਿਲੇਸ਼ਨ ਹੁੰਦਾ, ਉਸੇ ਨੂੰ ਅਸੀਂ ਪਾਰਟਨਰਸ਼ਿਪ ਕਹਿੰਦੇ ਹਾਂ। ਉਸ ਕੰਟਰੈਕਟ ਨੂੰ ਅਸੀਂ ਪਾਰਟਨਰਸ਼ਿਪ ਡੀਡ ਕਿਹਾ ਸੀ। ਡਿਊ ਟੂ ਲੈਕ ਆਫ ਮੇਕਿੰਗ ਅ ਕੰਟਰੈਕਟ ਐਕਟ ਜਿਹੜਾ ਸੀ ਉਹਦੇ ਅੰਦਰ ਇਹ ਕਲੀਅਰ ਕੱਟ ਲਿਖਿਆ ਹੋਇਆ ਕਿ ਮਾਈਨਰ ਕੈਨ ਨਾਟ ਬੀ ਅ ਪਾਰਟੀ ਆਫ ਕੰਟਰੈਕਟ ਜਿਹੜਾ ਹੈ ਉਸ ਨੂੰ ਮਾਈਨਰ ਨਹੀਂ ਬਣਾ ਸਕਦਾ। ਦੇਖੋ ਪਾਰਟੀ ਦੀ ਗੱਲ ਕਰੀਏ ਤਾਂ ਪਾਰਟੀ ਹੋ ਸਕਦੀ ਹੈ, ਜਿੱਥੇ ਅਸੀਂ ਇੱਕ ਬੈਨੀਫਿਸ਼ਰੀ ਦੀ ਗੱਲ ਕਰਦੇ ਹਾਂ ਤਾਂ ਮਾਈਨਰ ਐਜ਼ ਅ ਬੈਨੀਫਿਸ਼ਰੀ ਹੋ ਸਕਦਾ, ਲੇਕਿਨ ਮਾਈਨਰ ਖੁਦ ਇੱਕ ਕੰਟਰੈਕਟ ਨਹੀਂ ਕਰ ਸਕਦਾ ਕਿਸੇ ਨਾਲ। ਹੁਣ ਅਗਰ ਉਸਨੇ ਕਿਸੇ ਨਾਲ ਕੰਟਰੈਕਟ ਕੀਤਾ, ਸਾਹਮਣੇ ਵਾਲਾ ਜ਼ਿੰਮੇਵਾਰ ਹੋਏਗਾ, ਅਸੀਂ ਮਾਈਨਰ ਨੂੰ ਲਾਇਬਲ ਨਹੀਂ ਕਰ ਸਕਦੇ ਕਿਸੇ ਵੀ ਚੀਜ਼ ਦੇ ਲਈ। ਮਾਈਨਰ ਕੈਨ ਨਾਟ ਬੀ ਅ ਪਾਰਟਨਰ, ਕਿਉਂਕਿ ਮਾਈਨਰ ਜਿਹੜਾ ਹੈ ਉਹ ਕੰਟਰੈਕਟ ਨਹੀਂ ਕਰ ਸਕਦਾ, ਬਣਾ ਸਕਦਾ ਕਿਸੇ ਨਾਲ, ਇਸ ਲਈ ਮਾਈਨਰ ਹੈ ਜੋ ਪਾਰਟਨਰ ਵੀ ਨਹੀਂ ਬਣ ਸਕਦਾ। ਬਟ ਵਿਦ ਦਾ ਕੰਸੈਂਟ ਆਫ ਆਲ ਦੀ ਅਦਰ ਪਾਰਟਨਰ, ਬਾਕੀਆਂ ਦੀ ਕੰਸੈਂਟ ਦੇ ਨਾਲ ਮਾਈਨਰ ਨੂੰ ਅਸੀਂ ਪਾਰਟਨਰ ਡਿਕਲੇਅਰ ਕਰ ਸਕਦੇ ਹਾਂ। ਬਟ ਫਿਰ ਕੰਡੀਸ਼ਨ ਕੀ ਲੱਗੇਗੀ? ਹੀ ਵਿਲ ਨਾਟ ਲਾਇਬਲ ਫॉर ਐਨੀ ਲਾਸ ਆਫ ਦ ਫਰਮ। ਉਹ ਫਰਮ ਦੇ ਕਿਸੇ ਲਾਸ ਦੇ ਲਈ ਲਾਇਬਲ ਨਹੀਂ ਹੋਏਗਾ। ਬਟ ਹੀ ਹੈਜ਼ ਅ ਰਾਈਟ ਅਗੇਂਸਟ ਦਾ ਪ੍ਰੋਫਿਟ, ਬਟ ਉਹ ਪ੍ਰੋਫਿਟ 'ਚੋਂ ਹਿੱਸਾ ਲੈ ਕੇ ਜਾਊਗਾ, ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਹਿਜ਼ ਲਾਇਬਿਲਿਟੀ ਵਿਲ ਬੀ ਲਿਮਿਟਿਡ, ਉਹਦੀ ਲਾਇਬਿਲਿਟੀ ਲਿਮਿਟਿਡ ਹੋਏਗੀ, ਬਾਕੀ ਪਾਰਟਨਰਸ ਦੀ ਤਰ੍ਹਾਂ ਅਨਲਿਮਿਟਿਡ ਨਹੀਂ ਹੋਏਗੀ। ਠੀਕ ਹੈ ਜੀ। ਸੋ ਓਵਰਵਿਊ ਕੀ ਬਣਿਆ ਕਿ ਮਾਈਨਰ ਪਾਰਟਨਰ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਕਿਉਂਕਿ ਕੰਟਰੈਕਟ ਕਰਨ ਦੀ क्षमता ਉਸ ਕੋਲ ਨਹੀਂ ਹੁੰਦੀ, ਇਸ ਕਰਕੇ ਉਹ ਪਾਰਟਨਰ ਨਹੀਂ ਹੋ ਸਕਦਾ। ਲੇਕਿਨ ਬਾਕੀ ਪਾਰਟਨਰ ਦੀ ਕੰਸੈਂਟ ਨਾਲ ਉਹ ਪਾਰਟਨਰ ਬਣ ਸਕਦਾ। ਉਹ ਲਾਸ 'ਚੋਂ ਹਿੱਸਾ ਨਹੀਂ ਲੈ ਕੇ ਜਾਊਗਾ, ਪ੍ਰੋਫਿਟ 'ਚੋਂ ਲੈ ਕੇ ਜਾਊਗਾ। ਉਸ ਦੀ ਲਾਇਬਿਲਿਟੀ ਅਨਲਿਮਿਟਿਡ ਨਹੀਂ ਹੋਏਗੀ, ਲਿਮਿਟਿਡ ਹੋਏਗੀ। ਪਾਰਟਨਰਸ ਇਨ ਪ੍ਰੋਫਿਟ ਓਨਲੀ, ਕੁਝ ਪਾਰਟਨਰ ਐਸੇ ਵੀ ਹੁੰਦੇ ਆ ਜਿਹੜੇ ਕਿ ਸਿਰਫ ਪ੍ਰੋਫਿਟ ਸ਼ੇਅਰ ਕਰਨ ਲਈ ਹੁੰਦੇ ਆ, ਉਹ ਲਾਸ ਨੂੰ ਸ਼ੇਅਰ ਨਹੀਂ ਕਰਦੇ। ਐਡਮਿਟਡ ਵਿਦ ਅਨਲਿਮਿਟਿਡ ਲਾਇਬਿਲਿਟੀ। ਹੁਣ ਦੇਖੋ ਇਹਦੇ ਕੁਝ ਫੀਚਰਸ ਹੋਣਗੇ ਕੀ ਕਿ ਜਿਹੜਾ ਇਹ ਪਾਰਟਨਰ ਹੋਏਗਾ ਜਿਹੜਾ ਕਿ ਸਿਰਫ ਪ੍ਰੋਫਿਟ ਸ਼ੇਅਰ ਕਰਨ ਦੇ ਲਈ ਆਇਆ ਫਰਮ ਦੇ ਅੰਦਰ, ਉਹ ਫਰਮ 'ਚ ਐਡਮਿਟ ਹੋਏਗਾ ਕਿਸ ਕਲੌਜ਼ ਨਾਲ? ਅਨਲਿਮਿਟਿਡ ਲਾਇਬਿਲਿਟੀ ਨਾਲ। ਉਹਦੀ ਲਾਇਬਿਲਿਟੀ ਅਨਲਿਮਿਟਿਡ ਹੋਏਗੀ। ਡੋਂਟ ਟੇਕ ਪਾਰਟਿਸਿਪੇਸ਼ਨ ਇਨ ਦ ਐਡਮਿਨਿਸਟ੍ਰੇਟਿਵ ਐਕਟੀਵਿਟੀਜ਼, ਉਹ ਫਰਮ ਦੀਆਂ ਐਡਮਿਨਿਸਟ੍ਰੇਟਿਵ ਐਕਟੀਵਿਟੀਜ਼ ਮਤਲਬ ਮੈਨੇਜਰੀਅਲ ਐਕਟੀਵਿਟੀਜ਼ ਦੇ ਅੰਦਰ ਪਾਰਟਿਸਿਪੇਸ਼ਨ ਨਹੀਂ ਕਰ ਸਕਦਾ। ਹੀ ਵਿਲ ਸ਼ੇਅਰ ਪ੍ਰੋਫਿਟਸ ਓਨਲੀ ਐਂਡ ਨਾਟ ਲਾਇਬਲ ਫॉर ਲਾਸ, ਉਹ ਇਕੱਲਾ ਪ੍ਰੋਫਿਟ ਸ਼ੇਅਰ ਕਰੇਗਾ, ਲਾਸ ਲਈ ਲਾਇਬਲ ਨਹੀਂ ਹੋਏਗਾ। ਹੁਣ ਜੋ ਅਸੀਂ ਪੁਆਇੰਟ ਕੀਤਾ ਸੀ ਕਿ ਮਾਈਨਰ ਐਜ਼ ਅ ਪਾਰਟਨਰ, ਹੁਣ ਅਸੀਂ ਉਸ ਨੂੰ ਥੋੜ੍ਹਾ ਜਿਹਾ ਐਕਸਪਲੇਨ ਕਰਾਂਗੇ ਕਿ ਮਾਈਨਰ ਐਜ਼ ਅ ਪਾਰਟਨਰ ਦੀ ਪੋਜੀਸ਼ਨ ਕੀ ਹੋਏਗੀ ਫਰਮ ਦੇ ਅੰਦਰ। ਤਾਂ ਅਸੀਂ ਕੀ ਲਿਖਦੇ ਹਾਂ? ਅ ਪਰਸਨ ਲੈਸ ਦੈਨ ਦੀ ਏਜ ਆਫ 18। ਇੰਡੀਆ ਦੇ ਵਿੱਚ ਜੋ 18 ਸਾਲ ਤੋਂ ਘੱਟ ਉਮਰ ਦਾ ਹੈ ਉਸ ਨੂੰ ਅਸੀਂ ਮਾਈਨਰ ਦੀ ਕੈਟਾਗਰੀ 'ਚ ਰੱਖਦੇ ਹਾਂ। ਅ ਮਾਈਨਰ ਕੈਨ ਨਾਟ ਬੀ ਐਂਟਰ ਇਨਟੂ ਅ ਕੰਟਰੈਕਟ। ਹੁਣ ਦੇਖੋ ਮਾਈਨਰ ਜੋ ਹੈ ਉਹ ਕੰਟਰੈਕਟ ਨਹੀਂ ਕਰ ਸਕਦਾ ਕਿਸੇ ਦੇ ਨਾਲ ਵੀ। ਐਜ਼ ਪਰ ਪਾਰਟਨਰਸ਼ਿਪ ਐਕਟ 1932 ਅ ਮਾਈਨਰ ਕੈਨ ਨਾਟ ਬੀ ਅ ਪਾਰਟਨਰ, ਮਾਈਨਰ ਪਾਰਟਨਰ ਨਹੀਂ ਬਣ ਸਕਦਾ। ਬਟ ਹੀ ਕੈਨ ਬੀ ਅ ਪਾਰਟਨਰ ਵਿਦ ਦ ਪ੍ਰਾਇਰ ਅਪਰੂਵਲ ਆਫ ਆਲ ਦੀ ਅਦਰ ਪਾਰਟਨਰ, ਉਹ ਬਾਕੀਆਂ ਦੀ ਕੰਸੈਂਟ ਦੇ ਨਾਲ ਉਹ ਪਾਰਟਨਰ ਸਿਲੈਕਟ ਹੋ ਸਕਦਾ ਹੈ। ਫੋਲੋਇੰਗ ਵਿਲ ਬੀ ਦ ਪੋਜੀਸ਼ਨ ਆਫ ਦ ਮਾਈਨਰ ਐਜ਼ ਅ ਪਾਰਟਨਰ। ਤਾਂ ਉਹਦੀ ਪੋਜੀਸ਼ਨ ਕੀ ਹੋਏਗੀ ਫਰਮ ਦੇ ਅੰਦਰ, ਇਹ ਅਸੀਂ ਦੇਖਣੀ ਹੈ। ਪੋਜੀਸ਼ਨ ਆਫ ਅ ਮਾਈਨਰ ਬਿਫੋਰ ਅਟੇਨਿੰਗ ਮੈਜੋਰਿਟੀ। ਦੇਖੋ ਜਦੋਂ ਉਸ ਦੀ ਉਮਰ 18 ਸਾਲ ਨਹੀਂ ਹੋਈ ਹਜੇ, ਉਸ ਤੋਂ ਪਹਿਲਾਂ ਉਸ ਦੀ ਕੀ ਓਬਲੀਗੇਸ਼ਨ ਹੋਣਗੇ, ਕੀ ਉਸ ਦੀ ਪੋਜੀਸ਼ਨ ਹੋਏਗੀ ਫਰਮ ਦੇ ਅੰਦਰ, ਤਾਂ ਉਹਦੇ ਕੀ ਰਾਈਟ ਹੋਣਗੇ 18 ਸਾਲ ਤੋਂ ਪਹਿਲਾਂ। ਰਾਈਟ ਟੂ ਸ਼ੇਅਰ ਪ੍ਰੋਫਿਟ, ਕਿ ਉਹ ਫਰਮ ਦਾ ਪ੍ਰੋਫਿਟ ਸ਼ੇਅਰ ਕਰੇਗਾ। ਉਹ ਕਿਤਾਬਾਂ ਦੀ ਇਨਸਪੈਕਸ਼ਨ ਕਰ ਸਕਦਾ ਹੈ। ਰਾਈਟ ਟੂ ਫਾਈਲ ਅ ਸੂਟ, ਉਹ ਕੇਸ ਕਰ ਸਕਦਾ ਹੈ ਕਿਹਦੇ ਅਗੇਂਸਟ ਦਾ ਫਰਮ ਫॉर ਹਿਜ਼ ਰਾਈਟ। ਉਹ ਬਾਕੀ ਸਾਰੇ ਪਾਰਟਨਰਸ ਦੇ ਉੱਪਰ ਕੇਸ ਕਰ ਸਕਦਾ ਜੇਕਰ ਉਹਦੇ ਰਾਈਟ ਉਹਨੂੰ ਨਹੀਂ ਮਿਲਦੇ। ਮਤਲਬ ਆ ਉੱਪਰਲੀਆਂ ਚੀਜ਼ਾਂ ਕਿ ਉਹ ਪ੍ਰੋਫਿਟ 'ਚੋਂ ਕਲੇਮ ਕਰਨਾ ਚਾਹੁੰਦਾ, ਉਸ ਨੂੰ ਰੋਕਿਆ ਜਾ ਰਿਹਾ। ਕਿਤਾਬਾਂ ਇੰਸਪੈਕਟ ਕਰਨਾ ਚਾਹੁੰਦਾ, ਉਸ ਨੂੰ ਰੋਕਿਆ ਜਾ ਰਿਹਾ। ਤਾਂ ਉਹ ਕੀ ਕਰ ਸਕਦਾ? ਕੇਸ ਕਰ ਸਕਦਾ ਉਹਨਾਂ ਦੇ ਉੱਪਰ, ਉਸ ਦੀ ਸੁਣੀ ਜਾਏਗੀ। ਤਾਂ ਉਹਦੀ ਰਿਸਪੌਂਸਿਬਿਲਿਟੀ ਕੀ ਹੋਏਗੀ ਇੱਥੇ? ਉਹਦੀ ਰਿਸਪੌਂਸਿਬਿਲਿਟੀ ਸਿਰਫ ਇਹ ਹੈ ਕਿ ਉਸ ਨੇ ਜਿੰਨੀ ਕੈਪੀਟਲ ਇਨਵੈਸਟ ਕੀਤੀ ਆ ਉਹਦੀ ਲਾਇਬਿਲਿਟੀ ਉੱਥੇ ਤੱਕ ਹੀ ਲਿਮਿਟਡ ਹੈ।
उस तो तुसी ज़्यादा लॉस, वैसे तो लॉस देखो शेयर ही नहीं करता। अगर मन के चलो कि फर्म ही इंसॉल्वेंट हो जाती है, ठीक है ना, अगर सारा कुछ ही डुੱਬ ਰਿਹਾ है तो उत्थे उस दी वो कैपीटल डुੱਬ सकती है, जिहड़ी कैपीटल उसने लगाई है। उस तो बिना तुसी उस तो कुछ डिमांड नहीं कर सकते। पोजीशन ऑफ अ माइनर ऑन अटेनिंग मेजोरिटी, अगर वो मेजर बन जाता है, अगर उसकी 18 साल एज पूरी होंदी है, उत्थे आके उसकी की पोजीशन होएगी। देखो सब तो पहला जदों उसकी उम्र 18 साल होंदी है, ही हैज़ टू गिवन आ पब्लिक नोटिस, उसनूं एक पब्लिक नोटिस देना पऊगा लोकल न्यूज़पेपर मैगजीन्स दे विच, जिहड़ा कि एक तो लोकल लैंगुएज च होएगा, एक इंग्लिश च होएगा। उसने प्रोवाइड करना पऊगा रिगार्डिंग द माइनर्स विलिंगनेस टू रिमेन अ पार्टनर और नॉट टू बी अ पार्टनर, कि क्या वो 18 साल तो बाद फर्म का पार्टनर रहना चाहता है या नहीं रहना चाहता। अगर वो नहीं भी रहना चाहता, अगर वो फर्म नूं छड्ड के जाना चाहता है, तद भी उसनूं ये नोटिस देना पएगा। अगर वो फर्म दे विच स्टे करना चाहता है, अगर वो फर्म च रुकना चाहता है एज अ पार्टनर, तद भी उसनूं ये नोटिस जिहड़ा है सर्व करना पएगा। ठीक है जी। मस्ट सर्वड बाय हिम विदिन 6 मंथ ऑफ अटेनिंग द मेजोरिटी, जदों 18 साल का होंदा है तो 18 साल 6 महीने के अंदर अंदर उसनूं ये नोटिस जिहड़ा है पब्लिकली देना पएगा। विदिन 6 मंथ ऑफ अटेनिंग द मेजोरिटी, अगर उसकी अज उम्र 18 साल हो जाती है तो नैक्सट 6 मंथ के अंदर अंदर उसनूं ये नोटिस जिहड़ा पब्लिकली देना पएगा। इन द एबसेंस ऑफ पब्लिक नोटिस, अगर वो नहीं दिंदा, मान लो भुल जाता, डिफॉल्ट कर जाता, ही विल बी कंसीडर्ड एज अ फुल फ्लैज पार्टनर बाय डिफॉल्ट, तो उसनूं फुल फ्लैज पार्टनर बाय डिफॉल्ट मन्निया जाएगा। वो फर्म दी सारियां लाइबिलिटी, सारे लॉसिस, सारियां ओबलीगेशनस उन्होंने लिए लाइबल मन्निया जाएगा। फिर हिज पोजीशन ऑन अटेनिंग मेजोरिटी, की उसकी पोजीशन होएगी, उसनूं असीं 2 कैटेगरीज दे विच डिवाइड किया। लैट्स सी द 2 कैटेगरीज। फर्स्ट इज़ वैन ही इलैक्ट टू रिमेन अ पार्टनर, ਜਦੋਂ ਉਹ ਇਹ ਇਲੈਕਟ ਕਰ ਲੈਂਦਾ ਹੈ, ਸਿਲੈਕਟ ਕਰ ਲੈਂਦਾ ਹੈ, ਚੂਜ਼ ਕਰ ਲੈਂਦਾ ਕਿ ਉਹ ਫਰਮ ਦੇ ਵਿੱਚ ਐਜ਼ ਅ ਪਾਰਟਨਰ ਰੁਕਣਾ ਚਾਹੁੰਦਾ ਹੈ, ਤਾਂ ਕੀ ਹੋਏਗਾ, ਹਿਜ਼ ਲਾਇਬਿਲਿਟੀ ਵਿਲ ਬੀ ਅਨਲਿਮਿਟਿਡ। ਬਾਕੀ ਪਾਰਟਨਰਸ ਦੀ ਤਰ੍ਹਾਂ ਉਸਦੀ ਲਾਇਬਿਲਿਟੀ ਅਨਲਿਮਿਟਿਡ ਹੋ ਜਾਏਗੀ। ਹੀ ਵਿਲ ਲਾਇਬਲ ਫॉर द लॉसेस ਆਲਸੋ, ਉਹ ਫਰਮ ਦੇ ਲਾਸ ਦੇ ਲਈ ਵੀ ਲਾਇਬਲ ਹੋ ਜਾਏਗਾ ਹੁਣ ਤੋਂ ਬਾਅਦ। ਹੀ ਵਿਲ ਬੀ ਰਿਸਪੌਂਸੀਬਲ ਫॉर ਹਿਜ਼ ਐਕਟ ਮੇਡ ਡਿਊਰਿੰਗ ਮਾਈਨੋਰਿਟੀ ਵਿਦ ਰੈਟਰੋਸਪੈਕਟਿਵ ਇਫੈਕਟ। ਇਹਦਾ ਕੀ ਮਤਲਬ ਕਿ ਜਦੋਂ ਉਸਨੇ 18 ਸਾਲ ਤੋਂ ਪਹਿਲਾਂ, ਸਪੋਜ਼ ਕਰੋ ਕਿ ਉਹ 15 ਸਾਲ ਦੀ ਏਜ ਦੇ ਵਿੱਚ ਫਰਮ 'ਚ ਆਇਆ, ਅੱਜ ਉਸ ਦੀ ਉਮਰ 18 ਸਾਲ ਹੋ ਗਈ, ਉਸ ਤੋਂ ਬਾਅਦ ਉਹ ਫਰਮ 'ਚ ਰੁਕਣਾ ਚਾਹੁੰਦਾ, ਤਾਂ 15 ਸਾਲ ਦੀ ਉਮਰ ਤੋਂ ਲੈ ਕੇ ਉਸਨੇ ਜੋ ਜੋ ਕੰਮ ਫਰਮ ਦੇ ਵਿੱਚ ਕੀਤੇ ਹੋਣਗੇ, ਉਹਨਾਂ ਸਾਰਿਆਂ ਦੇ ਲਈ ਹੁਣ ਉਹ ਲਾਇਬਲ ਹੋਏਗਾ। ਅਗਰ ਉਹਨਾਂ ਦੀ ਲਾਇਬਿਲਿਟੀ ਹੁਣ ਤੱਕ ਖੜੀ ਹੈ ਤਾਂ ਉਸ ਲਾਇਬਿਲਿਟੀ ਦੇ ਲਈ ਉਹ 18 ਸਾਲ ਤੋਂ ਬਾਅਦ ਲਾਇਬਲ ਹੋ ਜਾਏਗਾ ਆਟੋਮੈਟਿਕਲੀ। ਫਿਰ ਉਹ ਮੁੱਕਰ ਨਹੀਂ ਸਕਦਾ ਕਿ ਸਪੋਜ਼ ਕਰੋ ਉਦੋਂ ਦੀ ਇੱਕ ਲਾਇਬਿਲਿਟੀ ਖੜੀ ਸੀ, ਲਾਸ ਉਹਨਾਂ ਨੇ ਕੈਰੀ ਫਾਰਵਰਡ ਕਰਕੇ ਬੈਲੈਂਸ ਸ਼ੀਟ 'ਚ ਰੱਖਿਆ ਹੋਇਆ ਸੀ, ਉਹਨਾਂ ਨੇ ਨਹੀਂ ਉਸ ਟਾਈਮ ਵੰਡਿਆ ਆਪਣੇ ਆਪਸ ਦੇ ਵਿੱਚ, ਤਾਂ ਹੁਣ ਉਹਦੀ ਉਮਰ 18 ਸਾਲ ਤੋਂ ਉੱਪਰ ਹੋ ਗਈ, ਹੁਣ ਉਹ ਲਾਸ ਵੰਡਣਾ ਚਾਹੁੰਦੇ ਆ, ਤਾਂ ਮਾਈਨਰ ਕਹਿੰਦਾ ਨਹੀਂ ਜੀ ਇਹ ਲਾਸ ਤਾਂ ਉਦੋਂ ਦਾ ਜਦੋਂ ਮੈਂ ਹਜੇ ਮਾਈਨਰ ਸੀ। ਤਾਂ ਨਹੀਂ, ਅਗਰ ਇਹ ਦੇਖੋ ਕਲੌਜ਼ ਤਾਂ ਹੀ ਲਾਅ ਨੇ ਵਿੱਚ ਪਾਈ ਹੈ ਕਿ ਅਗਰ ਤੁਸੀਂ ਰੁਕਣਾ ਚਾਹੁੰਦੇ ਹੋ ਤਾਂ ਤੁਹਾਡੇ ਜਦੋਂ ਤੁਸੀਂ ਫਰਮ ਦੇ ਵਿੱਚ ਆਏ ਉਸ ਡੇਟ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਤੁਸੀਂ ਜੋ ਜੋ ਐਕਟੀਵਿਟੀਜ਼ ਕੀਤੀਆਂ, ਅਗਰ ਉਹਦੇ ਲਈ ਕੋਈ ਲਾਇਬਿਲਿਟੀ ਅਰਾਈਜ਼ ਹੁੰਦੀ ਹੈ ਤਾਂ 18 ਸਾਲ ਤੋਂ ਬਾਅਦ ਤੁਸੀਂ ਉਸ ਲਾਇਬਿਲਿਟੀ ਦੇ ਲਈ ਵੀ ਲਾਇਬਲ ਹੋਗੇ। ਕੰਡੀਸ਼ਨ ਕੀ ਹੈ ਕਿ ਉਹ ਉਹਦੇ ਦੁਆਰਾ ਕੀਤੀ ਹੋਣੀ ਚਾਹੀਦੀ ਹੈ, ਫॉर ਹਿਜ਼ ਐਕਟ ਓਨਲੀ, ਬਾਕੀਆਂ ਦੀ ਨਹੀਂ, ਕਿਉਂਕਿ ਲਾਇਬਿਲਿਟੀਜ਼ ਤਾਂ ਬਹੁਤ ਹੁੰਦੀਆਂ ਨੇ ਪਹਿਲਾਂ ਦੀਆਂ, ਠੀਕ ਹੈ ਨਾ। ਸੋ ਉਹਦੇ ਐਕਟ ਦੇ ਲਈ ਉਹ ਲਾਇਬਲ ਹੋਏਗਾ। ਵੈਨ ਹੀ ਨੋਟ ਇਲੈਕਟ ਟੂ ਰਿਮੇਨ ਅ ਪਾਰਟਨਰ, ਜਦੋਂ ਉਹ ਇਹ ਇਲੈਕਟ ਕਰਦਾ ਹੈ ਕਿ ਮੈਂ ਫਰਮ ਤੋਂ ਜਾਣਾ ਚਾਹੁੰਦਾ ਔਰ ਮੈਂ ਫਰਮ ਦੇ ਵਿੱਚ ਰਿਮੇਨ ਪਾਰਟਨਰਸ ਨਹੀਂ ਰਹਿਣਾ ਚਾਹੁੰਦਾ ਐਜ਼ ਅ ਪਾਰਟਨਰ, ਤਾਂ ਕੀ ਹੋਊਗਾ, ਹਿਜ਼ ਰਾਈਟਸ ਐਂਡ ਰਿਸਪੌਂਸਿਬਿਲਿਟੀਜ਼ ਵਿਲ ਬੀ ਆਫ ਅ ਮਾਈਨਰ ਟਿਲ ਦ ਡੇਟ ਆਫ ਪਬਲਿਕ ਨੋਟਿਸ, ਤਾਂ ਉਹਦੇ ਰਾਈਟ, ਉਹਦੀਆਂ ਰਿਸਪੌਂਸਿਬਿਲਿਟੀ ਸਿਰਫ ਉਸ ਡੇਟ ਤੱਕ ਰਹਿਣਗੀਆਂ ਜਿਸ ਡੇਟ ਤੱਕ ਉਸਨੇ ਪਬਲਿਕ ਨੋਟਿਸ ਦਿੱਤਾ। ਹੀ ਵਿਲ ਨਾਟ ਰਿਸਪੌਂਸੀਬਲ ਫॉर ਐਨੀ ਐਕਟ ਆਫਟਰ ਗਿਵਿੰਗ ਅ ਪਬਲਿਕ ਨੋਟਿਸ, ਇੱਕ ਵਾਰ ਉਸਨੇ ਪਬਲਿਕ ਨੋਟਿਸ ਦੇ ਦਿੱਤਾ ਤਾਂ ਉਸ ਤੋਂ ਬਾਅਦ ਉਹ ਕਿਸੇ ਵੀ ਚੀਜ਼ ਲਈ ਲਾਇਬਲ ਨਹੀਂ ਰਹੇਗਾ, ਨਾ ਹੀ ਉਹਦਾ ਕੋਈ ਰਾਈਟ ਫਰਮ ਦੇ ਅੰਦਰ ਰਹੂਗਾ। ਹੀ ਹੈਜ਼ ਅ ਰਾਈਟ ਟੂ ਫਾਈਲ ਅ ਸੂਟ ਫॉर ਹਿਜ਼ ਸ਼ੇਅਰ, ਕਿ ਜੋ ਉਸ ਦਾ ਸ਼ੇਅਰ ਬਚਦਾ ਸੀ, ਜੋ ਉਸ ਨੂੰ ਨਹੀਂ ਮਿਲਿਆ ਹਲੇ ਤੱਕ, ਉਸ ਸ਼ੇਅਰ ਦੇ ਲਈ ਉਹ ਪਬਲਿਕ ਨੋਟਿਸ ਦੇਣ ਤੋਂ ਬਾਅਦ ਵੀ ਫਰਮ ਦੇ ਵਿੱਚ ਕੇਸ ਕਰ ਸਕਦਾ ਹੈ ਕਿ ਮੈਂ 18 ਸਾਲ ਤੋਂ ਬਾਅਦ ਐਜ਼ ਅ ਪਾਰਟਨਰ ਫਰਮ 'ਚ ਨਹੀਂ ਰੁਕਣਾ ਚਾਹੁੰਦਾ,
ਮੈਂ ਇੱਥੋਂ ਜਾਣਾ ਚਾਹੁੰਦਾ, ਲੇਕਿਨ ਜੋ ਮੇਰਾ ਪੁਰਾਣਾ ਸ਼ੇਅਰ ਬਣਦਾ ਸੀ ਇਹ ਮੈਨੂੰ ਨਹੀਂ ਦੇ ਰਹੇ, ਇਸ ਰਿਗਾਰਡਿੰਗ ਉਹ ਕੇਸ ਕਰ ਸਕਦਾ ਹੈ। ਠੀਕ ਹੈ ਜੀ, ਇਹ ਅੱਜ ਦਾ ਟੌਪਿਕ ਸੀ ਆਪਣਾ ਕਿ ਪਾਰਟਨਰਸ਼ਿਪ ਫਰਮ ਦੇ ਅੰਦਰ ਪਾਰਟਨਰਸ ਕਿੰਨੀ ਟਾਈਪ ਦੇ ਹੁੰਦੇ ਆ ਤੇ ਮਾਈਨਰ ਦਾ ਫਰਮ ਦੇ ਵਿੱਚ ਕੀ ਰੋਲ ਹੁੰਦਾ ਹੈ, ਉਸ ਦੀ ਫਰਮ ਦੇ ਅੰਦਰ ਕੀ ਪੋਜੀਸ਼ਨ ਹੁੰਦੀ ਹੈ। ਇੰਪੋਰਟੈਂਟ ਟੌਪਿਕ ਸੀ, ਵਿਦ ਦਾ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ। ਠੀਕ ਹੈ ਜੀ, ਤੁਸੀਂ ਇਸ ਟੌਪਿਕ ਨੂੰ ਬੁੱਕ ਦੇ ਅੰਦਰ ਇੱਕ ਵਾਰ ਸਟੱਡੀ ਕਰ ਲੈਣਾ। ਨਹੀਂ ਸਮਝ ਆਊਗਾ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਠੀਕ ਹੈ ਜੀ, ਥੈਂਕਸ ਫॉर ਵਾचिंग द वीडियो। प्लीज़ लाइक, सब्सक्राइब and share the channel for the next update. Thank you.